ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ 3 ਸਾਲ ਤੋਂ ਅਪਰੋਕਸਲੀ ਮੈਂ ਸੁਣ ਰਿਹਾ ਟੀਵੀ ਤੇ ਜਾਂ ਪ੍ਰੋਗਰਾਮ ਤੇ ਵੀ ਆਉਂਦਾ ਰਿਹਾ ਕਾਫੀ, ਜਿੱਥੇ ਹੀ ਪਤਾ ਲੱਗਦਾ ਮੋਸਟਲੀ ਮੈਂ ਕੋਸ਼ਿਸ਼ ਕਰਦਾ। ਤੇ सवाल हालांकि मैं पीछे अल्लाह बैक हाँ कोई नहीं करना आया, मैं सिर्फ धन्यवाद मेरी बाहर दी जितनी भी चाहे यात्रा सी चाहे कुछ भी है वो आप जी दी शिक्षा नाल बंद हो गई है। तो मैं बड़ा सुखी हो गया अपने घर दे सारे संसारिक कम जेड़े भी लॉज ऑफ नेचर एक शब्द है उसके अंडर होके सिर्फ मैं आज आप जी का धन्यवाद करना आया। कोटाम कोटि धन्यवाद। ਤੁਹਾਡਾ ਕੀ ਨਾਂ ਹੈ? नरेंद्र कुमार मेरा नाम है वीर जी। ਨਰਿੰਦਰ ਜੀ, ਮੈਂ ਤੁਹਾਨੂੰ ਸਿੱਖਿਆ ਕੋਈ ਨਹੀਂ ਦਿੱਤੀ ਆਪਣੇ ਵੱਲੋਂ, ਮੈਨੂੰ ਜੋ ਰਵਿਦਾਸ ਜੀ ਦੀ ਕੀਮਤੀ ਬਾਣੀ ਚੋਂ ਸਮਝ ਆਇਆ ਮੈਂ ਸ਼ੇਅਰ ਕੀਤਾ। ਸੋ ਅਸੀਂ ਸਿੱਖਿਆ ਲੈ ਰਹੇ ਹਾਂ ਭਗਤ ਰਵਿਦਾਸ ਜੀ ਕੋਲੋਂ, ਠੀਕ ਹੈ? शिक्षा ठीक है पर मैं शिक्षा देने लायक तुसी नहीं दी थी, पर माध्यम तो मैं थोड़ी शिक्षा लेती है। मैं इतना मेरी सामर्थ्य नहीं है कि मैं पढ़ के तो उसे ट्रांसलेशन करके या कुछ भी करा। हाँ, इस संगत ही चाह के आप जी दे शिक्षा या आप जी दे प्रवचन या आप जी दे जो भी विचार सुन सुन के काफ़ी कुछ होया। थैंक यू, मैं थैंक यू, थैंक यू। वर्ड लेस हो गया। मेरे बहुत धन्यवाद कोटाम कोटि। ਥੈਂਕ ਯੂ, ਥੈਂਕ ਯੂ। ਵੀਰ ਜੀ ਮੇਰਾ ਇੱਕ ਕੁਲੀਗ ਹੈਗੇ ਨੇ, ਠੀਕ ਹੈ, ਉਹ ਵੀ ਸਿੱਖ ਹੈਗੇ ਨੇ। ਐਕਚੁਅਲੀ ਕੀ ਹੈ ਕਿ ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ ਕਿ ਮੈਂ ਕਿਸੇ ਨੂੰ ਕਿੱਦਾਂ ਪ੍ਰਚਾਰ ਕਰ ਸਕਾਂ, ਕਿਉਂਕਿ ਤੁਸੀਂ ਅੱਛੇ ਲੈਵਲ 'ਤੇ ਹੈਗੇ ਹੋ। ਐਕਚੁਅਲੀ ਹੋਇਆ ਕਿ ਉਹ ਨਾਲ ਮੈਂ ਗੱਲ ਚੱਲ ਰਹੀ ਸੀ, ਉਹ ਆਪਣੀ ਕੇਸ ਕਤਲ ਕਰਦਾ ਹੈ ਜਾਂ ਦਾੜੀ ਕੱਟ ਲੈਂਦਾ ਹੈ, ਠੀਕ ਹੈ, ਵਾਲ ਤੇ ਅਜੇ ਪ੍ਰੋਪਰ ਰੱਖੇ ਹੋਏ ਨੇ, ਥੋੜ੍ਹੀ ਦਾੜੀ ਕੱਟਦਾ ਪ੍ਰੋਪਰ। ਮੈਂ ਉਸ ਚੀਜ਼ ਨੂੰ ਮਨਾ ਕੀਤਾ, ਠੀਕ ਹੈ, ਜਦ ਆਪਣੇ ਨੂੰ ਕੀਤਾ ਵੀ ਇਸ ਚੀਜ਼ ਸਾਡੇ ਵਾਸਤੇ ਗਲਤ ਹੈ। ਤਾਂ ਉਹਨੇ ਕਿਹਾ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹ ਚੀਜ਼ ਗਲਤ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਦਾ ਜਦੋਂ ਉਸ ਟਾਈਮ 'ਚ ਜ਼ਰੂਰਤ ਹੁੰਦੀ ਸੀ ਉਦੋਂ ਉਸ ਹਿਸਾਬ ਨਾਲ ਕੇਸ ਰੱਖੇ ਜਾਂਦੇ ਸੀਗੇ, ਕੀਤੇ ਜਾਂਦੇ ਸੀ। ਪਰ ਅੱਜ ਦੇ ਮਾਡਰਨ ਟਾਈਮ ਦੇ ਨਾਲ ਨਾ ਟਾਈਮ ਰਹਿ ਗਿਆ ਲੋਕਾਂ ਕੋਲ, ਨਾ ਕੁਛ ਰਹਿ ਗਿਆ ਹੈ। ਤੋ ਕਹਿੰਦਾ ਮੇਰਾ ਤਾਂ ਮੁੰਡਾ ਹੈ, ਉਹ ਅੱਜ ਕੱਲ੍ਹ ਦੁਖੀ ਹੈਗਾ ਆਪਣੇ ਵਾਲਾਂ ਤੋਂ ਮੈਂ ਚਾਹੁੰਦਾ ਕਿ ਉਹ ਭਾਵੇਂ ਵਾਲ ਹੀ ਕਟਾ, ਮੈਂ ਤਾਂ ਕੱਲ੍ਹ ਨੂੰ ਕਹੇਗਾ ਤੁਹਾਨੂੰ ਵਾਲ ਕਟਾ ਲਓ, ਤੁਸੀਂ ਵਾਲ ਕਟਾ ਲਓ, ਉਹਦੇ ਵਾਲ ਕੱਟ ਦੋਗੇ ਨਾ? ਹਾਂ, ਮੈਨੂੰ ਕੋਈ ਦਿੱਕਤ ਨਹੀਂ ਹੈ। ਤਾਂ ਮਤਲਬ ਉਹ ਚੀਜ਼ ਥੋੜ੍ਹੀ ਮੈਨੂੰ ਦਿਲ ਨੂੰ ਬਹੁਤ ਜ਼ਿਆਦਾ ਦੁੱਖ ਰਹੀ ਸੀ। ਮਤਲਬ ਮੈਂ ਉਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਪਾਇਆ ਕਿ ਉਹਨੂੰ ਕਿਸ ਤਰ੍ਹਾਂ ਉਹਨੂੰ ਕਨਵਿੰਸ ਕਰ ਸਕਾਂ ਵੀ ਹਾਂ ਕਿ ਸਾਨੂੰ ਇਸ ਚੀਜ਼ ਆਪਣੇ ਕੇਸਾਂ ਨੂੰ ਕਦਰ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਉਹ ਚੀਜ਼ ਨਹੀਂ ਸਮਝਾ ਸਕਿਆ। ਤਾਂ ਅੱਜ ਤੱਕ ਮੈਨੂੰ ਉਹ ਚੀਜ਼ ਬੜੀ ਦੁਖਦੀ ਹੈ ਅਤੇ ਮਤਲਬ ਉਹ ਮੈਨੂੰ ਐਕਸਪਲੇਨੇਸ਼ਨ ਨਹੀਂ ਮਿਲ ਪਾਈ ਉਸ ਚੀਜ਼ ਦੀ, ਉਹਨੂੰ ਮੈਂ ਕਿੱਦਾਂ ਸਮਝਾਵਾਂ। ਅਤੇ ਅਗਰ ਇਨ ਫਿਊਚਰ ਕਦੀ ਮੈਂ ਨਾ ਫਿਰ ਕੋਈ ਇੰਸੀਡੈਂਸ ਹੁੰਦਾ ਤਾਂ ਮੈਂ ਕਿਸੇ ਨੂੰ ਕਿਸ ਤਰ੍ਹਾਂ ਉਸ ਚੀਜ਼ ਦੇ ਬਾਰੇ ਐਕਸਪਲੇਨ ਕਰ ਸਕਾਂ, ਉਹਦੇ ਬਾਰੇ ਮੈਨੂੰ ਥੋੜ੍ਹਾ ਦੱਸੋ। ਉਹਨੂੰ ਜਦੋਂ ਤੱਕ ਬਾਣੀ ਦੀ ਵੈਲਿਊ ਸਮਝ ਨਹੀਂ ਨਾ ਆਏਗੀ ਤੁਸੀਂ ਉਹਨੂੰ ਨਹੀਂ ਸਮਝਾ ਸਕਦੇ। ਮੈਂ ਵੀ ਨਹੀਂ ਸਮਝਾ ਸਕਦਾ, ਕੋਈ ਨਹੀਂ ਸਮਝਾ ਸਕਦਾ। ਪਰ ਅੱਜ ਕੱਲ੍ਹ ਦੀ ਲੇਕਿਨ ਬਾਣੀ ਜਦੋਂ ਇਹ ਕਹਿੰਦੀ ਹੈ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਮਨ ਨੂੰ ਤੇ ਸਾਫ਼ ਕੀਤਾ ਨਹੀਂ ਬਾਹਰੋਂ ਤੂੰ ਮੁੰਡਾ ਲਿਆ। ਇਹ ਗੱਲ ਜਦੋਂ ਉਸ ਨੂੰ ਸਮਝ ਆਏਗੀ ਤਾਂ ਆਪੇ ਉਹ ਸਿੱਧੇ ਰਾਹ ਪੈ ਜਾਏਗਾ। ਤੁਹਾਨੂੰ ਉਸ ਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਚਾਹੀਦਾ। ਨਹੀਂ, ਉਹਦੀ ਗੱਲ ਦੀ ਖਾਲੀ ਉਸ ਤੇ ਲੈਵਲ ਤੱਕ ਦੀ ਗੱਲ ਨਹੀਂ ਹੈ। ਗੱਲ ਹੈ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਹਰ ਕੋਈ ਇਸ ਚੀਜ਼ ਦੇ ਪਿੱਛੇ ਲੱਗਾ ਹੈ। ਤਾਂ ਮਤਲਬ ਇਹ ਇਤਨੇ ਸਾਰੇ ਨੌਜਵਾਨ ਆਏ ਨੇ ਅੱਜ ਕੱਲ੍ਹ ਦੀ ਜਨਰੇਸ਼ਨ ਹੀ ਨੇ, ਜੋ ਸੁਨੇਗਾ ਉਹ ਸੁਨੇਗਾ, ਜੋ ਨਹੀਂ ਸੁਨੇਗਾ ਉਹ ਸ਼ਰਾਬ ਪੀਏਗਾ, ਉਹ ਪੱਬ ਤੇ ਜਾਏਗਾ। ਆਪਾਂ ਉਸ ਲੈਵਲ ਤੇ ਕੀ ਕਰ ਸਕਦੇ? ਮਤਲਬ ਅਸੀਂ ਸਿਰਫ ਜੀਣਾ ਹੈ ਆਪ, ਬਟ ਸਾਡੀ ਡਿਊਟੀ ਵੀ ਤਾਂ ਹੈ ਕੁਛ। ਮਤਲਬ ਜਦੋਂ ਅਸੀਂ ਜੀਵਾਂਗੇ ਤਾਂ ਸਾਡਾ ਅਸਰ ਦੂਜੇ ਲੈਣਗੇ, ਉਹ ਲੈਣਗੇ ਜਿਸ ਘੋੜੇ ਨੂੰ ਪਿਆਸ ਲੱਗੀ ਉਹ ਪਾਣੀ ਪੀਏਗਾ। ਪਕੜ ਕੇ ਤਾਂ ਘੋੜੇ ਨੂੰ ਪਾਣੀ ਪਿਲਾਇਆ ਨਹੀਂ ਜਾ ਸਕਦਾ। ਅਸੀਂ ਆਪਣਾ ਸਮਾਜ ਵੈਸਾ ਉਜਾਗਰ ਹੀ ਨਹੀਂ ਕਰ ਪਾਏ, ਵੈਸਾ ਸਮਾਜ ਉਜਾਗਰ ਕਰਨਾ ਹੈ। ਅੱਜ ਸਮਾਜ ਉਜਾਗਰ ਕਰਨ ਬਾਰੇ ਇਹਨਾਂ ਨੇ ਉਪਕਾਰ ਸਿੰਘ ਜੀ ਨੇ ਫਰੀਦਾਬਾਦ ਇਸ ਕਲੱਬ ਨੇ ਕੋਸ਼ਿਸ਼ ਕੀਤੀ ਹੈ ਕਿ ਇਹ ਦਲਿਤ ਭਰਾਵਾਂ ਨੂੰ ਬੁਲਾਇਆ ਹੈ ਨਾ, ਇਹ ਸਮਾਜ ਬनेगा ना। दलित भाइयों को मैं बताना चाहता हूँ कि जहाँ पर ऊंच जात और नीच जात का झगड़ा होता है वहाँ पर उनको आफ्टर डेथ उनके शरीर को जलाने नहीं दिया जाता, जात पात का भेदभाव किया जाता है। हमने एक नया समाज बनाने की बात शुरू की है कि ये लकड़ियों से या बिजली से जलाने की बजाय, लकड़ियाँ जलाने से तो हमारा ये एनवायरनमेंट का भी नुकसान होता है, तो इससे अच्छा है अपनी बॉडी को, डेड बॉडी को
मेडिकल साइंस की खोज के लिए दान कर दिया जाए, ना कोई उच्च जाति वाले का क्रीमेशन ग्राउंड रहेगा, और बल्कि आने वाली जनता के लिए उस बीमारी के ऊपर खोज होगी, ऑर्गन्स डोनेट किए जाएंगे। सो हमने 2 अक्टूबर को लॉन्च किया है कि अपनी डेड बॉडी को या अपने ऑर्गन्स को आफ्टर डेथ दूसरों के भले के लिए दिए जाएं। और कितना नया समाज बन जाएगा कि एक अमीर को, एक तथाकथित जिस बेचारे का नाम नीच जात वाला अछूत रखा हुआ है, उसकी आंखें दी जाएंगी। एक पैसे वाला अमीर एक गरीब के, जिसको अछूत बोला जा रहा है, उसकी आंखों से दुनिया को देखेगा। ऑर्गन्स ट्रांसप्लांट होंगे। तो ऐसा समाज क्रिएट करें ना। समाज क्रिएट होगा, अपने आप लेने वाला सच को लेगा, पकड़ के नहीं समझा सकते किसी। ठीक है ना। सो हेल्प टू क्रिएट द न्यू समाज। जिस समाज में सती प्रथा नहीं होती, जिस समाज में स्त्री को विधवा बना के गंजा करके नहीं बिठाया जाता, जिस समाज में स्त्री के साथ वितकरा नहीं होता, जिस समाज में दाज प्रथा के साथ कन्यादान नहीं किया जाता, जिस समाज में जात पात का सिस्टम नहीं होता, वो वाला समाज क्रिएट करने की तरफ ध्यान दो ना। वो नहीं सीखना चाहता, ना सीखे। दैट इज नॉट द डेड एंड ऑफ द लाइफ। इट इज नॉट एंड ऑफ लाइफ, बट फिर भी है कि एक माइंड चो रहता कि हाँ कि अच्छा, फिर तुसी ਤੁਹਾਡਾ ਕੀ ਨਾਂ ਹੈ? ਜਸਬੀਰ ਸਿੰਘ। ਫਿਰ ਤੁਹਾਡੇ ਕੋਲ ਕੀ ਸੋਲੂਸ਼ਨ ਹੈ? ਉਹੀ ਤਾਂ ਮੇਰੇ ਕੋਲ ਸੋਲੂਸ਼ਨ ਮੈਂ ਤਾਂ ਤੁਹਾਨੂੰ ਸਾਂਝ ਕੀਤੀ ਹੈ, देयर इज नो ਸੋਲੂਸ਼ਨ। ਤੁਸੀਂ ਫਿਰ ਵੀ ਜਦੋਂ ਕਹਿ ਰਹੇ ਹੋ ਦੈਨ ਯੂ ਹੈਵ ਸਮ ਸੋਲੂਸ਼ਨ। ਫਿਰ ਵੀ ਦਾ ਮਤਲਬ ਕੀ ਹੈ? ਮਤਲਬ ਫਿਰ ਵੀ ਉਹਦਾ ਕੰਨ ਪਕੜੀਏ, ਜਾਂ ਮੈਨੂੰ ਸਮਝ ਰਹੇ ਹੋ ਮੈਂ ਸੇਵੀਅਰ ਹਾਂ? ਆਈ ਐਮ ਨॉट ਸੇਵੀਅਰ। ਮੈਂ ਤਾਂ ਨਹੀਂ ਸਮਝਾ ਸਕਦਾ। ਮੈਨੂੰ ਤਾਂ ਬਿਲਕੁਲ ਹੀ ਭੁਲੇਖਾ ਨਹੀਂ ਹੈ ਕਿ ਮੈਂ ਕਿਸੇ ਨੂੰ ਸਮਝਾ ਸਕਦਾ। ਫਿਰ ਵੀ ਦਾ ਮਤਲਬ ਫਿਰ ਕੀ ਕਰੀਏ? ਉਹਨੂੰ ਪਕੜ ਕੇ ਕਿਧਰੇ ਹੋਰ ਲੈ ਜਾਈਏ? ਮਤਲਬ ਕੀ ਕਰ ਸਕਦੇ ਨੇ ਇਸ ਤਰ੍ਹਾਂ ਦੇ ਲੋਕ? ਅਸੀਂ ਸਿਰਫ मैं ठीक होना है। एक एक बंदे से समाज बनता है और एक बंदे ने ठीक होना है और आस्ता आस्ता समाज ठीक हो जाएगा। अगर कोई शराब पीता है मैं उसको मना नहीं कर सकता, मेरा फर्ज बनता है मैं शराब नहीं पीऊँ। अगर कोई दाज लेता है, स्त्री को कन्यादान पे सताता है, मेरा फर्ज बनता है मैं दाज ना लूँ। मेरी अगर शादी हो चुकी है तो मेरे पुत्र के ब्याह पे दाज ना लूँ। मेरे अगर पुत्र नहीं है तो मेरी बेटी के शादी पर मैं दाज ना दूँ। मैं उसको कूड़ेदान की टोकरी बनाकर दाज ना बनाऊँ। ये तो कर सकते हैं ना। तो छोड़ दो ना उसको उसके हाल पे।